ਹੁਣ ਤੱਕ ਆਪ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ 17 ਸਵਈਆਂ ਦੀ ਵਿਚਾਰ ਸਰਵਣ ਕੀਤੀ ਹੈ। ਸੋ ਅੱਜ ਦੇ ਦੀਵਾਨ ਵਿੱਚ 2 ਸਵਈਏ ਭੱਟ ਮਥੁਰਾ ਜੀ ਦੇ ਔਰ 2 ਸਵਈਏ ਇਸ ਤੋਂ ਅੱਗੇ ਭੱਟ ਹਰਬੰਸ ਜੀ ਦੇ ਆਉਣਗੇ, ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵਡਿਆਈ ਕਰਦੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਵਿੱਚ ਕੁੱਲ 21 ਸਵਈਏ ਭੱਟ ਸਾਹਿਬਾਨਾਂ ਨੇ ਉਚਾਰਨ ਕੀਤੇ ਹਨ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਜਬ ਲੋ ਨਹੀਂ ਭਾਗ ਲਲਾਰ ਉਦੈ, ਤਬ ਲੋ ਪ੍ਰਭਤੇ ਫਿਰਤੇ ਬਹੁਤ ਆਇਆ। ਭੱਟ ਮਥੁਰਾ ਜੀ ਕਥਨ ਕਰਦੇ ਹੈ ਵੀ ਜਦੋਂ ਤੱਕ ਮੇਰੇ ਮੱਥੇ ਦੇ ਭਾਗ ਉਦੈ ਨਹੀਂ ਸੀ ਹੋਏ, ਪ੍ਰਗਟ ਨਹੀਂ ਸੀ ਹੋਏ, ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ। ਉਦੋਂ ਤੱਕ ਇੱਧਰ ਉੱਧਰ ਭਟਕਣਾ ਵਿੱਚ ਪੈ ਕੇ ਦੌੜਦੇ ਫਿਰਦੇ ਰਹੇ, ਕਿਉਂਕਿ ਜਿਹੜਾ ਮਨੁੱਖੀ ਮਨ ਹੈ ਇਹ ਗੁਰੂ ਜੀ ਦੀ ਚਰਨ ਦੇ ਸ਼ਰਨ ਦੇ ਵਿੱਚ ਆ ਕੇ ਹੀ ਗੁਰੂ ਉਪਦੇਸ਼ ਸ਼ਬਦ ਦੇ ਨਾਲ ਜੁੜ ਕੇ ਹੀ ਟਿਕਾਣਾ ਪਾਉਂਦਾ ਹੈ। ਇਹ ਮਨ ਦਾ ਸੁਭਾਅ ਹੈ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਫਿਰ ਭੱਟ ਜਨ ਇਹ ਤਾਂ ਕਈਆਂ ਕੋਲ ਗਏ ਸੀ, ਜੋਗੀਆਂ ਕੋਲ ਗਏ, ਸੰਨਿਆਸੀਆਂ ਕੋਲ ਗਏ, ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜਿਹੜੇ ਪੰਡਤ ਸੀ ਉਹਨਾਂ ਕੋਲ ਗਏ, ਪਰ ਕਿਤਿਓਂ ਇਹਨਾਂ ਨੂੰ ਸ਼ਾਂਤੀ ਨਾ ਮਿਲੀ। ਅਸੀਂ ਪਿੱਛੇ ਸਵਈਆਂ ਦੇ ਵਿੱਚ ਪੜ੍ਹ ਆਏ ਹਾਂ, ਬਰਸ ਏਕ ਹੋਂ ਫਿਰਿਓ, ਕਹਿਨੇ ਨਹੁ ਪਰਚਉ ਲਾਇਓ, ਕਹਿਤੇ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਆਪ ਭੱਟ ਜੀ ਜ਼ਿਕਰ ਕਰਦੇ ਹੈ ਵੀ ਅਸੀਂ 1 ਬਰਸ 1 ਸਾਲ ਪੂਰਾ ਭਟਕਦੇ ਰਹੇ, ਵੀ ਕੋਈ ਮਿਲੇਗਾ ਰੱਬ ਦੇ ਨਾਲ ਪਿਆਰ ਪਵਾਉਣ ਵਾਲਾ, ਪਰ ਕੋਈ ਨਹੀਂ ਮਿਲਿਆ। ਸਾਰਿਆਂ ਨੂੰ ਆਪੋ ਆਪਣੀ ਸੀ, ਸਾਰੇ ਆਪੋ ਆਪਣੇ ਮਤ ਦੇ ਪ੍ਰਚਾਰ ਵਿੱਚ ਲੱਗੇ, ਦੂਜੇ ਨੂੰ ਨੀਵਾਂ ਜਣਾਉਣ ਵਿੱਚ ਅਤੇ ਆਪਣੇ ਆਪ ਨੂੰ ਉੱਤਮ ਗਿਣਨ ਵਿੱਚ ਲੱਗੇ ਰਹੇ। ਗੱਲਾਂ ਵੀ ਸੁਣੀਆਂ ਉਹਨਾਂ ਦੀਆਂ, ਪਰ ਜਦੋਂ ਜੀਵਨ ਦੇਖਦੇ ਸੀ, ਰਹਿਤ ਬਹਿਤ ਵੇਖਦੇ ਸੀ, ਤਾਂ ਮਨ ਮੰਨਦਾ ਨਹੀਂ ਸੀ ਵੀ ਇਹਨਾਂ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਹੈ। ਅਖੀਰ ਭਟਕਦੇ ਹੋਏ ਮਹਾਰਾਜ ਦੇ ਦਰ 'ਤੇ ਆਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ। ਫਿਰ ਸਤਿਗੁਰੂ ਪਾਤਸ਼ਾਹ ਦੇ ਕੋਲ ਆ ਕੇ ਭੱਟਾਂ ਨੇ ਗੁਰੂ ਸਿਫਤ ਵਿੱਚ ਸਵਈਏ ਉਚਾਰੇ, ਬਾਣੀ ਉਚਾਰੀ। ਮੇਰੇ ਸਤਿਗੁਰੂ ਨੇ ਮਿਹਰਾਮਤ ਕਰਕੇ ਇਹਨਾਂ ਭਟਕਦਿਆਂ ਹੋਇਆਂ ਭੱਟਾਂ ਦੀ ਕਲਿਆਣ ਕੀਤੀ। ਸੋ ਭੱਟ ਮਥੁਰਾ ਜੀ ਕਥਨ ਕਰਦੇ ਹੈ, ਜਬ ਲਓ ਨਹੀਂ ਭਾਗ ਲਿਲਾਰ ਉਦੈ। ਲਿਲਾਰ ਕਹਿੰਦੇ ਮੱਥੇ ਨੂੰ। ਜਦੋਂ ਤੱਕ ਸਾਡੇ ਮੱਥੇ ਦੇ ਚੰਗੇ ਭਾਗ ਉਦੈ ਪ੍ਰਗਟ ਨਹੀਂ ਸੀ ਹੋਏ, ਉਦੋਂ ਤੱਕ ਭਟਕਦੇ ਹੋਏ ਇੱਧਰ ਉੱਧਰ ਦੌੜਦੇ ਰਹੇ। ਕਲ ਕੋਰ ਸੁੰਦਰ ਮੈਂ ਬੁੜਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਸੋ ਕਲਯੁਗ ਦੇ ਭਿਆਨਕ ਸਮੁੰਦਰ ਦੇ ਵਿੱਚ ਅਸੀਂ ਡੁੱਬ ਰਹੇ ਸੀ, ਗੋਤੇ ਖਾ ਰਹੇ ਸੀ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਹੇ ਭਾਈ, ਜੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸਾਨੂੰ ਨਾ ਮਿਲਦੇ ਤਾਂ ਇਹ ਪਛਤਾਵਾ ਕਦੇ ਵੀ ਨਹੀਂ ਸੀ ਮਿਟਣਾ। ਵਾਹਿਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਨੇ ਰਹਿਮਤ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਾਨੂੰ ਮਿਲਾਪ ਹਾਸਲ ਹੋਇਆ। ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਸਾਡਾ ਪਛਤਾਵਾ ਮਿਟਿਆ ਹੈ। ਤਤ ਵਿਚਾਰ ਜਹ ਮਥੁਰਾ ਜਗ, ਤਾਰਨ ਕੋ ਅਵਤਾਰ ਬਨਾਇਓ। ਤਤ ਵਿਚਾਰ ਯਹ ਮਥੁਰਾ। ਭੱਟ ਮਥੁਰਾ ਜੀ ਕਥਨ ਕਰਦੇ ਆ, ਮੈਂ ਇਹ ਤੱਤ ਦੀ ਵਿਚਾਰ ਕਹਿੰਦਾ ਹਾਂ, ਸਿਧਾਂਤ ਦੀ ਵਿਚਾਰ ਕਹਿੰਦਾ ਹਾਂ। ਉਹ ਕਿਹੜੀ? ਜਗ ਤਾਰਨ ਕਉ ਅਵਤਾਰ ਬਨਾਇਓ।
ਵਾਹਿਗੁਰੂ ਪਰਮਾਤਮਾ ਨੇ ਆਪ ਹੀ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਅਵਤਾਰ ਬਣਾਇਆ ਹੈ। ਪਰਮਾਤਮਾ ਆਪ ਹੀ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਵਾਹਿਗੁਰੂ ਨੇ ਆਪ ਹੀ ਗੁਰੂ ਨਾਨਕ ਅਵਤਾਰ ਬਣਾਇਆ। ਆਪਣੇ ਆਪ ਨੂੰ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਕਹਾਇਆ। ਫਿਰ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਨੇ ਆਪ ਹੀ ਅਵਤਾਰ ਗੁਰੂ ਅਵਤਾਰ ਬਣਾਏ ਹੈ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ। ਇਹ ਤਤ ਦੀ ਗੱਲ ਹੈ, ਵਿਚਾਰ ਹੈ। ਵਾਹਿਗੁਰੂ ਨੇ ਆਪ ਹੀ ਸੰਸਾਰ ਨੂੰ ਤਾਰਨ ਲਈ ਗੁਰੂ ਅਰਜਨ ਦੇਵ ਦਾ ਅਵਤਾਰ ਬਣਾਇਆ, ਭਾਵ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਕਹਾਇਆ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ। ਜਿਨ੍ਹਾਂ ਜਿਨ੍ਹਾਂ ਪੁਰਸ਼ਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਪਿਆ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਸਤਿਗੁਰੂ ਨੂੰ ਜਪਿਆ ਹੈ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਫਿਰ ਕਦੇ ਵੀ ਦੁਬਾਰਾ ਗਰਭ ਜੋਨੀ ਦੇ ਸੰਕਟ ਵਿੱਚ ਨਹੀਂ ਆਏ, ਦੁੱਖਾਂ ਵਿੱਚ ਨਹੀਂ ਆਏ। ਭਾਵ ਉਹਨਾਂ ਦਾ ਜੰਮਣ ਮਰਨ ਕੱਟਿਆ ਗਿਆ। ਉਹ ਜੰਮਣ ਮਰਨ ਤੋਂ ਮੁਕਤ ਹੋ ਗਏ। ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟੇ ਗਏ। 84 ਕੱਟੀ ਗਈ ਉਹਨਾਂ ਦੇ। ਉਹਨਾਂ ਦਾ ਜੂਨਾਂ ਦੇ ਵਿੱਚ ਆਉਣਾ ਜਾਣਾ ਮੁੱਕ ਗਿਆ। ਜਿਨ੍ਹਾਂ ਨੇ ਵੀ ਸ਼ਰਧਾ ਭਾਵਨਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਹੈ। ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਦਾਹਰਣ। ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਦਾਹਰਨ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਲਯੁਗ ਦੇ ਇਸ ਸਮੁੰਦਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਸਵਰੂਪ ਪ੍ਰਗਟ ਹੋਏ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰੀ ਜੀਵਾਂ ਨੂੰ ਹਰੀ ਦਾ ਨਾਮ ਬਖਸ਼ ਕਰਕੇ ਸੰਸਾਰ ਤੋਂ ਤਾਰਨ ਵਾਲੇ ਹਨ। ਅਥਵਾ ਕਲਯੁਗ ਰੂਪੀ ਸਮੁੰਦਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਹਰੀ ਦੇ ਨਾਮ ਰੂਪ ਜਹਾਜ਼ ਪ੍ਰਗਟ ਹੋਏ ਹੈ, ਜੋ ਸੰਸਾਰ ਤੋਂ ਜੀਵਾਂ ਨੂੰ ਤਾਰਨ ਵਾਲੇ ਹੈ। ਨਾਮ ਰੂਪ ਜਹਾਜ਼ ਹਨ। ਗੁਰੂ ਸਾਹਿਬ ਜੀ ਨਾਮ ਦੀ ਦਾਤ ਬਖਸ਼ ਕੇ ਸੰਸਾਰ ਤੋਂ ਤਾਰਦੇ ਹਨ। ਬਸਹਿ ਸੰਤ ਜਿਸ ਹਿਰਦੈ ਦੁਖ ਦਾਰਿਦਰ ਨਿਵਾਰਣ। ਬਸਹਿ ਸੰਤ ਜਿਸ ਹਿਰਦੈ, ਜਿਸ ਵੀ ਸੰਤ ਦੇ ਹਿਰਦੇ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਸਦੇ ਹੈ, ਉਸ ਦਾ ਜੰਮਣ ਮਰਨ ਦਾ ਦੁੱਖ, ਅਗਿਆਨਤਾ ਦਾ ਦਲਿੱਦਰ ਉਸ ਦਾ ਮਹਾਰਾਜ ਦੂਰ ਕਰ ਦਿੰਦੇ ਹੈ। ਅਥਵਾ ਬਸਹਿ ਸੰਤ ਜਿਸ ਹਿਰਦੈ, ਜਿਸ ਵੀ ਮਨੁੱਖ ਦੇ ਹਿਰਦੇ ਦੇ ਵਿੱਚ ਸੰਤ ਗੁਰੂ ਅਰਜਨ ਦੇਵ ਮਹਾਰਾਜ ਜੀ ਵਸਦੇ ਹੈ, ਸੱਚੇ ਪਾਤਸ਼ਾਹ ਜੀ ਉਸ ਦੇ ਦੁੱਖਾਂ ਦਲਿੱਦਰਾਂ ਨੂੰ ਦੂਰ ਕਰ ਦਿੰਦੇ ਹਨ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ। ਨਿਰਮਲ ਭੇਖ ਅਪਾਰ, ਇੱਥੇ ਵਿਸ਼ਰਾਮ ਲਾਉਣਾ। ਤਾਸ ਬਿਨ ਅਵਰ ਨ ਕੋਈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕੈਸਾ ਸਰੂਪ ਹਨ, ਕਿਸ ਦਾ ਸਰੂਪ ਹਨ? ਨਿਰਮਲ ਭੇਖ ਅਪਾਰ। ਅਪਾਰ ਬੇਅੰਤ ਵਾਹਿਗੁਰੂ ਪਰਮਾਤਮਾ, ਨਿਰਮਲ ਜਿਸ ਦੇ ਵਿੱਚ ਕੋਈ ਮੈਲ ਨਹੀਂ, ਜੋ ਮੈਲ ਤੋਂ ਰਹਿਤ ਹੈ। ਅਪਾਰ ਵਾਹਿਗੁਰੂ ਪਰਮਾਤਮਾ, ਮੈਲ ਤੋਂ ਰਹਿਤ ਸਤਿਗੁਰੂ ਅਰਜਨ ਦੇਵ ਜੀ ਉਸ ਦਾ ਭੇਖ ਸਵਰੂਪ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬ੍ਰਹਮ ਦਾ ਸਵਰੂਪ ਹਨ, ਜਿਹੜਾ ਅਪਾਰ ਹੈ, ਨਿਰਮਲ ਹੈ। ਤਾਸ ਬਿਨ ਅਵਰ ਨ ਕੋਈ, ਉਸ ਤੋਂ ਬਿਨਾਂ ਹੋਰ ਕੋਈ ਸਰੂਪ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਬ੍ਰਹਮ ਦਾ ਸਵਰੂਪ ਹੈ, ਉਹਨਾਂ ਤੋਂ ਬਿਨਾਂ ਹੋਰ ਕੋਈ ਸਵਰੂਪ ਨਹੀਂ। ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਸਵਰੂਪ ਨਹੀਂ ਸਤਿਗੁਰੂ ਦਾ। ਮਨ ਵਚ ਜਨ ਜਾਣਿਓ ਭਇਓ ਤੇ ਸੰਸਰ ਸੋਈ। ਜਿਨ੍ਹਾਂ ਜਿਨ੍ਹਾਂ ਨੇ ਮਨ ਕਰਕੇ ਬਚਨਾ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬ੍ਰਹਮ ਸਰੂਪ ਜਾਣਿਆ ਹੈ, ਭਇਓ ਤਿਹ ਸੰਸਰ ਸੋਈ। ਉਹ ਜਾਣਨ ਵਾਲਾ ਉਸ ਬ੍ਰਹਮ ਪਰਮੇਸ਼ਰ ਵਰਗਾ ਹੀ ਹੋ ਗਿਆ। ਵਾਹਿਗੁਰੂ ਪਰਮਾਤਮਾ ਦਾ ਸਵਰੂਪ ਜਿਨ੍ਹਾਂ ਨੇ ਜਾਣਿਆ, ਗੁਰੂ ਅਰਜਨ ਦੇਵ ਜੀ ਨੂੰ, ਵਾਹਿਗੁਰੂ ਦੀ ਬੰਦਗੀ ਕੀਤੀ, ਗੁਰੂ ਅਰਜਨ ਦੇਵ ਜੀ ਨੂੰ ਬ੍ਰਹਮ ਸਰੂਪ ਜਾਣ ਕੇ
ਉਹ ਬ੍ਰਹਮ ਵਰਗਾ ਹੀ ਹੋ ਗਿਆ। ਧਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹਿਓ ਭਰ। ਧਰਨ ਗਗਨ ਨਵ ਖੰਡ ਮਹਿ, ਧਰਤੀ ਵਿੱਚ, ਗਗਨ ਆਕਾਸ਼ ਵਿੱਚ, 9 ਖੰਡਾਂ ਦੇ ਵਿੱਚ ਜੋਤੀ ਸਰੂਪ ਪਰਮਾਤਮਾ ਰਹਿਓ ਭਰ, ਵਿਆਪਕ ਹੋ ਰਿਹਾ ਹੈ। ਧਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸੋ ਭੱਟ ਮਥੁਰਾ ਜੀ ਕਥਨ ਕਰਦੇ ਐ, ਧਰਤੀ ਆਕਾਸ਼ 9 ਖੰਡਾਂ ਦੇ ਵਿੱਚ ਜੋ ਜੋਤੀ ਸਰੂਪ ਪਰਮਾਤਮਾ ਵਿਆਪਕ ਹੋ ਰਿਹਾ ਹੈ, ਉਸ ਵਿੱਚ ਤੇ ਗੁਰੂ ਅਰਜੁਨ ਦੇਵ ਮਹਾਰਾਜ ਵਿੱਚ ਕੋਈ ਭੇਦ ਫਰਕ ਨਹੀਂ ਹੈ। ਭਨ ਮਥੁਰਾ ਕਛ ਭੇਦ ਨਹੀਂ, ਥੋੜ੍ਹਾ ਜਿੰਨਾ ਵੀ ਭੇਦ ਫਰਕ ਨਹੀਂ। ਇਹ ਨਾ ਸਮਝ ਲਿਓ ਕਿ ਗੁਰੂ ਅਰਜੁਨ ਦੇਵ ਮਹਾਰਾਜ ਵੱਖਰੇ ਹਨ ਅਤੇ ਪਰਮਾਤਮਾ ਵੱਖਰਾ ਹੈ। ਭੱਟ ਮਥੁਰਾ ਜੀ ਕਹਿੰਦੇ ਨਹੀਂ, ਉਹ ਭੁਲੇਖੇ ਵਿੱਚ ਨੇ ਜਿਹੜੇ ਗੁਰੂ ਨੂੰ ਪਰਮਾਤਮਾ ਨੂੰ ਵੱਖਰਾ ਵੱਖਰਾ ਸਮਝਦੇ ਹੈ। ਗੁਰ ਪਰਮੇਸ਼ਰ ਏਕੋ ਜਾਣ, ਬਾਣੀ ਦੇ ਬਚਨ ਨੇ, ਗੁਰੂ ਪਰਮਾਤਮਾ ਨੂੰ ਇੱਕ ਹੀ ਜਾਣੋ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਪ੍ਰਤੱਖ ਹਰ ਹਨ। ਪ੍ਰਤੱਖ ਦਾ ਭਾਵ ਸਾਖਿਆਤਕਾਰ, ਸਾਹਮਣੇ ਜਿਹੜੇ ਦਿਸਦੇ ਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਪ੍ਰਤੱਖ ਹਰ ਹਨ, ਆਪ ਰੱਬ ਹਨ। ਜਿਨ੍ਹਾਂ ਨੇ ਸਤਿਗੁਰੂ ਦੇ ਦੀਦਾਰ ਕਰਨੇ ਨੇ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ। ਅੱਜ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚੋਂ ਸਤਿਗੁਰੂ ਦੇ ਦੀਦਾਰ ਕਰੇ, ਸਤਿਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਪਾਵੇ, ਸੁਰਤ ਜੋੜੇ। ਸਤਿਗੁਰੂ ਦੇ ਸ਼ਬਦ ਵਿੱਚੋਂ, ਬਾਣੀ ਦੇ ਵਿੱਚੋਂ ਗੁਰੂ ਦੇ ਦੀਦਾਰ ਹੁੰਦੇ ਹੈ। ਗੁਰੂ ਅਰਜੁਨ ਦੇਵ ਮਹਾਰਾਜ ਪ੍ਰਤੱਖ ਹਰੀ ਪਰਮਾਤਮਾ ਹਨ। ਅਜੈ ਗੰਗ ਜਲ ਟਲ, ਸਿਖ ਸੰਗਤ ਸਭ ਨਾਵੇ। ਅਜੈ ਗੰਗ ਜਲ ਅਟਲ। ਸੋ ਇੱਥੋਂ ਤੱਕ ਸਾਧ ਸੰਗਤ 7 ਸਵਈਏ ਭੱਟ ਮਥੁਰਾ ਜੀ ਨੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਹੈ। ਸੋ ਇੱਥੇ 7 ਅੰਕ ਵੀ ਆਇਆ ਹੈ, 7 ਅੰਕ ਤੋਂ ਅੱਗੇ 19 ਅੰਕ ਪਾਇਆ ਹੋਇਆ ਹੈ। ਭਾਵ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਦੇ ਕੁੱਲ 19 ਸਵਈਏ ਇੱਥੇ ਪੂਰੇ ਹੋਏ ਹੈ। ਹੁਣ ਇਸ ਤੋਂ ਅੱਗੇ 2 ਸਵਈਏ ਨੇ, ਇਹ ਭੱਟ ਹਰਬੰਸ ਜੀ ਦੇ ਉਚਾਰਨ ਕੀਤੇ ਹੋਏ ਹੈ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਵਿੱਤਰ ਬਾਣੀ, ਗੁਰਬਾਣੀ ਜੋ ਆਪ ਜੀ ਨੇ ਉਚਾਰਨ ਕੀਤੀ ਹੋਈ ਹੈ, ਇਹ ਅਜੈਤਾ ਰੂਪੀ ਗੰਗਾ ਹੈ। ਬਾਣੀ ਦੇ ਵਿੱਚ ਉਪਦੇਸ਼ ਨਾਮ ਰੂਪੀ ਇਹ ਜਲ ਹੈ, ਜਿਹੜਾ ਸਦਾ ਹੀ ਅਟਲ ਰਹਿਣ ਵਾਲਾ, ਟਿਕਿਆ ਰਹਿਣ ਵਾਲਾ ਹੈ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੇ। ਸਾਰੀਆਂ ਸਿੱਖ ਸੰਗਤਾਂ ਇੱਕ ਗੁਰਬਾਣੀ ਰੂਪੀ ਗੰਗਾ ਦੇ ਵਿੱਚ ਨਹਾਉਂਦੀਆਂ, ਇਸ਼ਨਾਨ ਕਰਦੀਆਂ ਨੇ। ਅਤੇ ਜਿਹੜਾ ਵੀ ਗੁਰਬਾਣੀ ਰੂਪੀ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ, ਉਸ ਦੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ, ਪਵਿੱਤਰ ਬਣ ਜਾਂਦਾ। ਉਹ ਮਨ ਦੇ ਵਿੱਚੋਂ ਸਭ ਤਰ੍ਹਾਂ ਦੀ ਮੈਲ ਦੀ ਨਿਵਰਤੀ ਹੋ ਜਾਂਦੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਦਾ ਬਚਨ ਹੈ, ਗੰਗਾ ਜਲ ਗੁਰੂ ਗੋਬਿੰਦ ਨਾਮ। ਪਾਤਸ਼ਾਹ ਜੀ ਫਰਮਾਉਂਦੇ, ਪਰਮਾਤਮਾ ਦਾ ਨਾਮ ਗੰਗਾ ਜਲ ਹੈ। ਸਾਨੂੰ ਕਿਸੇ ਵੱਖਰਾ ਗੰਗਾ 'ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ, ਗੰਗਾ ਦਾ ਜਲ ਲਿਆਉਣ ਦੀ ਲੋੜ ਨਹੀਂ। ਗੁਰੂ ਕੀ ਬਾਣੀ, ਵਾਹਿਗੁਰੂ ਪਰਮਾਤਮਾ ਦਾ ਨਾਮ, ਇਹ ਗੰਗਾ ਦਾ ਜਲ ਹੈ। ਔਰ ਸਿੱਖ ਨਿੱਤ ਹੀ ਆਪਣੇ ਮੁਖ ਵਿੱਚ ਇਹ ਗੰਗਾ ਜਲ ਪਾਵੇ, ਭਾਵ ਗੁਰਬਾਣੀ ਪੜ੍ਹੇ, ਗੁਰਬਾਣੀ ਦਾ ਜਾਪ ਕਰੇ, ਆਪਣੇ ਮਨ ਦਾ ਇਸ਼ਨਾਨ ਕਰਵਾਵੇ ਗੁਰਬਾਣੀ ਦੇ ਵਿੱਚ। ਇਹ ਵੱਡਾ ਤੀਰਥ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਣੀ ਧਰਾ। ਸੋ ਗੁਰਬਾਣੀ ਇਹ ਵੱਡੀ ਗੰਗਾ ਹੈ, ਜਿਹੜੀ ਸਦਾ ਕਾਇਮ ਰਹਿਣ ਵਾਲੀ ਹੈ, ਕਦੇ ਨਾਸ਼ ਹੋਣ ਵਾਲੀ ਨਹੀਂ। ਅਜੈਤਾ ਰੂਪੀ ਗੰਗਾ ਹੈ, ਕਦੇ ਨਾਸ਼ ਨਹੀਂ ਹੁੰਦੀ। ਇਸ ਦੇ ਵਿੱਚ ਨਾਮ ਰੂਪੀ, ਉਪਦੇਸ਼ ਰੂਪੀ ਅਟਲ ਜਲ ਹੈ, ਜਿਹੜਾ ਸਦਾ ਰਹਿਣ ਵਾਲਾ ਹੈ। ਸਿੱਖ ਸੰਗਤ ਸਭ ਨਾਵੇ।
ਸਾਰੀਆਂ ਸਿੱਖ ਸੰਗਤਾਂ ਨਿਤ ਹੀ ਇਸ ਦੇ ਵਿੱਚ ਇਸ਼ਨਾਨ ਕਰਦੀਆਂ ਹਨ। ਨਿਤ ਪੁਰਾਣ ਬਾਚੀ ਹੈ, ਵੇਦ ਬ੍ਰਹਮਾ ਮੁਖ ਗਾਵੇ। ਸਤਿਗੁਰੂ ਨੇ ਬਾਣੀ ਦੇ ਵਿੱਚ ਗੁਰਸਿੱਖਾਂ ਦੀ ਜੋ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨਾ, ਇਸ ਮਰਿਆਦਾ ਦਾ ਜ਼ਿਕਰ ਕੀਤਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਅਖਵਾਉਂਦਾ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਫਿਰ ਗੁਰੂ ਕੀ ਬਾਣੀ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾਵੇ, ਭਾਵ ਬਾਣੀ ਪੜ੍ਹੇ, ਨਾਮ ਜਪੇ। ਅਤੇ ਜਿਹੜਾ ਸਿੱਖ ਇਸ ਤਰ੍ਹਾਂ ਕਰਦਾ ਉਹ ਗੁਰੂ ਦੇ ਮਨ ਨੂੰ ਬਹੁਤ ਪਿਆਰਾ ਲੱਗਦਾ, ਚੰਗਾ ਲੱਗਦਾ ਹੈ। ਬਾਣੀ ਪੜ੍ਹਦਾ, ਸੇਵਾ ਸਿਮਰਨ ਕਰਨ ਵਾਲਾ। ਸੋ ਇਹ ਗੁਰਬਾਣੀ ਰੂਪੀ ਗੰਗਾ ਹੈ, ਇਸ ਦੇ ਵਿੱਚ ਨਾਮ ਉਪਦੇਸ਼ ਰੂਪੀ ਜਲ ਹੈ। ਸਾਰੀਆਂ ਸੰਗਤਾਂ ਇਸ ਵਿੱਚ ਇਸ਼ਨਾਨ ਕਰਦੀਆਂ ਨੇ। ਭੱਟ ਜੀ ਅੱਗੇ ਬਖਸ਼ਿਸ਼ ਕਰਦੇ, ਨਿਤ ਪੁਰਾਣ ਬਾਚੀ ਇਹ, ਵੇਦ ਬ੍ਰਹਮਾ ਮੁਖ ਗਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਦਾ ਦਰ ਏਡਾ ਵੱਡਾ ਹੈ। ਸਮੁੱਚੀ ਕਾਇਨਾਤ, ਕਰੋੜਾਂ ਇਹ ਬ੍ਰਹਿਮੰਡ ਤੁਹਾਡੇ ਸਿਰਜੇ ਨੇ। ਸੱਚੇ ਪਾਤਸ਼ਾਹ ਆਪ ਜੀ ਦੇ ਦਰ 'ਤੇ ਨਿਤ ਹੀ ਪੁਰਾਣ ਵਾਚੇ ਜਾਂਦੇ ਹੈ, ਪੜ੍ਹੇ ਜਾਂਦੇ ਹੈ। ਬਿਆਸ ਰਿਸ਼ੀ ਵਰਗੇ ਆਪ ਜੀ ਦੇ ਸਨਮੁਖ ਖੜ ਕਰਕੇ ਪੁਰਾਣਾਂ ਨੂੰ ਵਾਚ ਕੇ ਆਪ ਦਾ ਜਸ ਕਰਦੇ ਹੈ। ਵੇਦ ਬ੍ਰਹਮਾ ਮੁਖ ਗਾਵੇ, ਅਤੇ ਬ੍ਰਹਮਾ ਮੁਖ ਤੋਂ ਵੇਦਾਂ ਨੂੰ ਗਾ ਕਰਕੇ ਤੁਹਾਡੀ ਉਸਤਤ ਕਰਦਾ ਹੈ, ਵਡਿਆਈ ਕਰਦਾ ਹੈ। ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲਿਓ। ਅਜੈਤਾ ਰੂਪੀ ਚੌਰ ਆਪ ਜੀ ਦੇ ਸੀਸ ਦੇ ਉੱਤੇ ਸਦਾ ਹੀ ਝੁੱਲਦਾ ਹੈ। ਐਸਾ ਚੌਰ ਜਿਹੜਾ ਕਦੇ ਵੀ ਨਾਸ਼ ਨਹੀਂ ਹੋਣ ਵਾਲਾ। ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਸਦਾ ਹੀ ਚੌਰ ਝੁੱਲਦਾ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਦੀ ਸਿਫਤ, ਆਪ ਜੀ ਦੀ ਵਡਿਆਈ ਬਹੁਤ ਬੇਅੰਤ ਹੈ। ਅਜੈ ਚਵਰ ਸਿਰ ਢੁਲੈ, ਅਥਵਾ ਜਸ ਰੂਪੀ ਚੌਰ ਆਪ ਜੀ ਦੇ ਸਿਰ ਦੇ ਉੱਤੇ ਸਦਾ ਹੀ ਝੂਲਦਾ ਹੈ। ਨਾਮ ਅੰਮ੍ਰਿਤ ਮੁਖ ਲੀਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਆਪਣੇ ਮੁਖ ਵਿੱਚ ਲਿਆ ਹੋਇਆ ਹੈ। ਭਾਵ ਆਪ ਜੀ ਸਦਾ ਹੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹੋ, ਸੰਗਤਾਂ ਨੂੰ ਪਰਮੇਸ਼ਰ ਦਾ ਨਾਮ ਜਪਾਉਂਦੇ ਹੋ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਗੁਰ ਅਰਜਨ ਸਿਰ ਛਤਰ, ਇੱਥੇ ਵਿਸ਼ਰਾਮ ਦੇਣਾ, ਆਪ ਪਰਮੇਸ਼ਰ ਦਿਓ। ਭੱਟ ਹਰਬੰਸ ਜੀ ਕਥਨ ਕਰਦੇ ਹੈ, ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਦੇ ਉੱਤੇ ਛਤਰ ਝੁਲਾਇਆ ਹੈ। ਸੀਸ ਦੇ ਉੱਤੇ ਛਤਰ ਆਪ ਦੇਣਾ ਕੀਤਾ ਹੈ। ਅਥਵਾ ਪਰਮਾਤਮਾ ਨੇ ਸ੍ਰੀ ਗੁਰੂ ਰਾਮਦਾਸ ਰੂਪ ਹੋ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਛਤਰ ਦੇਣਾ ਕੀਤਾ ਹੈ, ਜੋ ਗੁਰਿਆਈ ਬਖਸ਼ੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ, ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ, ਅਤੇ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਪਰਮਾਤਮਾ ਪਰਮੇਸ਼ਰ ਨੇ ਗੁਰੂ ਰਾਮਦਾਸ ਰੂਪ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਸਿਰ ਦੇ ਉੱਤੇ ਆਪ ਗੁਰਤਾ ਗੱਦੀ ਦਾ ਛਤਰ ਅਥਵਾ ਜਸ ਰੂਪੀ ਛਤਰ ਦੇਣਾ ਕੀਤਾ ਹੈ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰਿ ਪੈ ਗਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲ ਕੇ ਗੁਰੂ ਅੰਗਦ ਦੇਵ ਜੀ ਹਰੀ ਪਰਮਾਤਮਾ ਦੇ ਕੋਲ ਗਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲ ਕੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਅਮਰਦਾਸ ਜੀ ਹਰੀ ਦੇ ਪਾਸ ਗਏ। ਫਿਰ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਹਰੀ ਦੇ ਕੋਲ ਗਏ। ਹਰਵੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਹਰਬੰਸ ਜਗਤ ਜਸ ਸੰਚਰਿਓ। ਭੱਟ ਹਰਬੰਸ ਜੀ ਕਥਨ ਕਰਦੇ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦਾ ਜਸ ਸਾਰੇ ਸੰਸਾਰ ਵਿੱਚ ਪ੍ਰਵਿਰਤ ਹੋ ਰਿਹਾ ਹੈ, ਫੈਲ ਰਿਹਾ ਹੈ।
ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਇਹੋ ਜਿਹਾ ਕਿਹੜਾ ਸੜਿਆ ਹੋਇਆ ਮੂੰਹ ਹੈ ਜਿਹੜਾ ਇਹ ਗੱਲ ਕਹਿੰਦਾ ਹੈ ਕਿ ਸ਼੍ਰੀ ਗੁਰੂ ਰਾਮਦਾਸ ਜੀ ਮੋਇਓ ਮਰ ਗਏ। ਗੁਰੂ ਰਾਮਦਾਸ ਮਹਾਰਾਜ ਜੀ ਤਾਂ ਸਦਾ ਹੀ ਹਨ, ਆਪ ਤਾਂ ਜੰਮਣ ਮਰਨ ਤੋਂ ਰਹਿਤ ਹਨ। ਗੁਰਸਿੱਖਾਂ ਨੂੰ ਜੰਮਣ ਮਰਨ ਤੋਂ ਰਹਿਤ ਕਰਨ ਵਾਲੇ ਨੇ ਸਤਿਗੁਰੂ ਪਾਤਸ਼ਾਹ ਜੀ। ਬਾਣੀ ਦਾ ਬਚਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਵਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸਤਿਗੁਰੂ ਨਾ ਆਉਂਦੇ ਹੈ ਨਾ ਜਾਂਦੇ ਹੈ, ਉਹ ਤਾਂ ਸਦਾ ਹੀ ਹਨ। ਗੁਰਸਿੱਖਾਂ ਨੂੰ ਜੰਮਣ ਮਰਨ ਤੋਂ ਮੁਕਤ ਕਰਵਾਉਣ ਵਾਲੇ ਹੈ ਸਤਿਗੁਰੂ ਪਾਤਸ਼ਾਹ। ਹਰ ਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਇਹ ਬਚਨ ਭੱਟ ਹਰਬੰਸ ਨੇ ਕਿਉਂ ਕਹੇ? ਉਸ ਦਾ ਕਾਰਨ ਇਹ ਸੀ, ਸਾਧ ਸੰਗਤ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਨੇ। ਗੁਰੂ ਰਾਮਦਾਸ ਮਹਾਰਾਜ ਦੇ 3 ਸਪੁੱਤਰ ਨੇ। ਵੱਡੇ ਦਾ ਨਾਮ ਪ੍ਰਿਥੀ ਚੰਦ ਹੈ, ਉਸ ਤੋਂ ਛੋਟੇ ਬਾਬਾ ਮਹਾਦੇਵ ਜੀ, ਅਤੇ ਸਭ ਤੋਂ ਛੋਟੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਗੁਰਤਾ ਗੱਦੀ ਦੀ ਬਖਸ਼ਿਸ਼ ਤਾਂ ਧੁਰੋਂ ਸੀ, ਔਰ ਫਿਰ ਜਿਹੜਾ ਸਤਿਗੁਰੂ ਦੇ ਹੁਕਮ ਦੇ ਵਿੱਚ ਰਹੇ, ਗੁਰੂ ਦਾ ਬਚਨ ਮੰਨਣ ਵਾਲਾ, ਇਸ ਭਾਰ ਨੂੰ ਸਹਾਰਨ ਵਾਲਾ, ਗੁਰਿਆਈ ਦੀ ਦਾਤ ਉਸੇ ਨੂੰ ਮਿਲਣੀ ਸੀ। ਪ੍ਰਿਥੀ ਚੰਦ ਨੇ ਗੁਰਤਾ ਗੱਦੀ ਲੈਣ ਵਾਸਤੇ ਬਹੁਤ ਜ਼ਿਆਦਾ ਯਤਨ ਕੀਤੇ ਵੀ ਮੈਂ ਗੁਰਤਾ ਗੱਦੀ ਨੂੰ ਪ੍ਰਾਪਤ ਕਰਾਂ, ਪਰ ਉਹਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਵਾਲਾ ਕੋਈ ਗੁਣ ਨਹੀਂ ਸੀ, ਨਾ ਹੀ ਪਰਮਾਤਮਾ ਵੱਲੋਂ ਧੁਰੋਂ ਇਹ ਬਖਸ਼ਿਸ਼ ਉਸ ਨੂੰ ਹੋਈ ਸੀ। ਗੁਰੂ ਰਾਮਦਾਸ ਮਹਾਰਾਜ ਸਰੀਰ ਕਰਕੇ ਜਿੰਨਾ ਚਿਰ ਰਹੇ, ਪ੍ਰਿਥੀ ਚੰਦ ਨੇ ਬਹੁਤ ਵਲਛਲ ਕੀਤਾ। ਆਪ ਸਭ ਜਾਣਦੇ ਹੋ ਇਤਿਹਾਸ ਦੇ ਵਿੱਚ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਾਚੇ ਦੇ ਪੁੱਤਰ ਭਰਾ ਸੰਹਾਰੀ ਮੱਲ ਦੇ ਬੇਟੇ ਦੀ ਸ਼ਾਦੀ ਸੀ। ਉਹਨਾਂ ਆ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਚੱਲੋ। ਸਤਿਗੁਰੂ ਨੇ ਕਿਹਾ ਵੀ ਤੁਹਾਨੂੰ ਖੇਚਲ ਬਹੁਤ ਹੋਵੇਗੀ, ਬਹੁਤ ਸੰਗਤਾਂ ਦਾ ਇਕੱਠ ਸਾਡੇ ਨਾਲ ਹੁੰਦਾ, ਫਿਰ ਇੱਥੇ ਰਹਿ ਕੇ ਅਸੀਂ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣਾ ਹੈ। ਮਹਾਰਾਜ ਗੁਰੂ ਰਾਮਦਾਸ ਜੀ ਨੇ ਪਹਿਲਾਂ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਕਿਹਾ ਵੀ ਤੁਸੀਂ ਲਾਹੌਰ ਚਲੇ ਜਾਓ, ਪਰ ਪ੍ਰਿਥੀ ਚੰਦ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਇੱਥੇ ਇੰਨਾ ਪ੍ਰਬੰਧ ਕਿਸ ਨੇ ਕਰਨਾ ਹੈ। ਦੂਜੇ ਪੁੱਤਰ ਨੂੰ ਕਿਹਾ ਮਹਾਦੇਵ ਨੂੰ, ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਉਹ ਆਪ ਆਪਣੇ ਮਸਤ ਸੁਭਾਅ ਵਿੱਚ ਰਹਿੰਦੇ ਸੀ। ਫਿਰ ਗੁਰੂ ਰਾਮਦਾਸ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਿਹਾ। ਆਪ ਜੀ ਉਸੇ ਵੇਲੇ ਬਚਨ ਮੰਨ ਕੇ ਲਾਹੌਰ ਚਲੇ ਗਏ। ਨਾਲ ਹੀ ਸਤਿਗੁਰੂ ਰਾਮਦਾਸ ਨੇ ਬਚਨ ਕਿਹਾ ਸੀ, ਜਿੰਨਾ ਚਿਰ ਸਦੀਏ ਨਾ ਆਉਣਾ ਨਹੀਂ। ਫਿਰ ਤਵਾਰੀਖ ਬੜੀ ਲੰਮੀ ਹੈ ਸਾਧ ਸੰਗਤ। ਵਿਆਹ ਦੇ ਕਾਰਜ ਉੱਥੇ ਹੋ ਗਏ ਲਾਹੌਰ ਦੇ ਵਿੱਚ ਸਾਰੇ। ਸੰਹਾਰੀ ਮੱਲ ਦੇ ਪੁੱਤਰ ਦਾ ਵਿਆਹ ਹੋ ਗਿਆ। ਗੁਰੂ ਰਾਮਦਾਸ ਜੀ ਨੇ ਸੱਦਿਆ ਨਾ ਗੁਰੂ ਅਰਜਨ ਦੇਵ ਜੀ ਨੂੰ। ਗੁਰੂ ਅਰਜਨ ਦੇਵ ਮਹਾਰਾਜ ਬੜੇ ਵਿਆਕੁਲ ਹੋਏ, ਸਤਿਗੁਰੂ ਦੇ ਦਰਸ਼ਨਾਂ ਨੂੰ ਚਾਹੁੰਦੇ ਹੈ। ਫਿਰ ਆਪ ਉੱਥੋਂ ਚਿੱਠੀ ਲਿਖ ਕੇ ਭੇਜਦੇ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਸੇਵਾਦਾਰ ਦੇ ਹੱਥ ਭੇਜਦੇ ਹੈ। ਪ੍ਰਿਥੀ ਚੰਦ ਅੱਗੇ ਮਿਲ ਜਾਂਦਾ, ਉਸ ਨੂੰ ਚਿੱਠੀ ਫੜਾ ਦਿੰਦੇ, ਮਹਾਰਾਜ ਨੂੰ ਦੇ ਦਿਓ। ਉਹ ਰੱਖ ਲੈਂਦਾ, ਮਹਾਰਾਜ ਤੱਕ ਪਹੁੰਚਾਉਂਦਾ ਹੀ ਨਹੀਂ। ਗੁਰੂ ਅਰਜਨ ਦੇਵ ਜੀ ਨੂੰ ਫਿਰ ਕੋਈ ਸੁਨੇਹਾ ਨਹੀਂ ਮਿਲਦਾ। ਫਿਰ ਦੂਜੀ ਚਿੱਠੀ ਭੇਜਦੇ ਹੈ ਸੱਚੇ ਪਾਤਸ਼ਾਹ ਜੀ ਨੂੰ, ਉਹ ਵੀ ਰੱਖ ਲੈਂਦਾ ਪ੍ਰਿਥੀ ਚੰਦ। ਫਿਰ ਤੀਜੀ ਵਾਰ ਸਿੱਖ ਨੂੰ ਪੱਕਿਆਂ ਕਰਕੇ ਭੇਜਦੇ ਵੀ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਦਿਓ। ਤੀਜੀ ਚਿੱਠੀ ਜਦੋਂ ਗੁਰੂ ਰਾਮਦਾਸ ਕੋਲ ਪਹੁੰਚਦੀ ਹੈ, 3 ਅੰਕ ਪਿਆ ਹੁੰਦਾ। ਮਹਾਰਾਜ ਕਹਿੰਦੇ ਇਸ ਤੋਂ ਪਹਿਲਾਂ 2 ਚਿੱਠੀਆਂ ਸੀ। ਸਿੱਖ ਨੇ ਕਿਹਾ ਵੀ ਪ੍ਰਿਥੀ ਚੰਦ ਨੂੰ ਦਿੱਤੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਸਾਰੀ ਗੱਲ ਜਾਣ ਗਏ। ਉਸੇ ਵੇਲੇ ਮੇਰੇ ਸਤਿਗੁਰੂ ਨੇ ਲਾਹੌਰ ਦੀ ਧਰਤੀ 'ਤੇ ਗੁਰਸਿੱਖਾਂ ਨੂੰ ਭੇਜਿਆ। ਬਾਬਾ ਬੁੱਢਾ ਸਾਹਿਬ ਜੀ ਆਦਿਕ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਲੈ ਆਏ। ਸਤਿਗੁਰੂ ਦੇ ਦਰਸ਼ਨ ਕੀਤੇ, ਨਜ਼ਰੋਂ ਨਜ਼ਰ ਨਿਹਾਲ ਹੋਏ। ਪ੍ਰਿਥੀ ਚੰਦ ਨੂੰ ਮਹਾਰਾਜ ਨੇ ਸੱਦਿਆ ਵੀ ਚਿੱਠੀਆਂ 2 ਕਿੱਥੇ ਨੇ? ਸਾਫ਼ ਮੁਕਰੀ ਜਾਏ। ਮਹਾਰਾਜ ਨੇ ਸੇਵਕ ਭੇਜ ਕੇ ਵੀ ਜਾਓ, ਇਹਦੇ ਚੋਗੇ ਦੇ ਖੀਸੇ ਵਿੱਚ ਨੇ। ਚਿੱਠੀਆਂ ਲੈਣ ਦੀਆਂ ਕੱਢ ਕੇ ਪ੍ਰਿਥੀ ਚੰਦ ਬਹੁਤ ਸ਼ਰਮਿੰਦਾ ਹੋਇਆ। ਗੁਰੂ ਰਾਮਦਾਸ ਮਹਾਰਾਜ ਨੇ
ਪ੍ਰਿਥੀ ਚੰਦ ਨੂੰ ਕਿਹਾ, ਪੁੱਤਰ ਇਸ ਤਰ੍ਹਾਂ ਦੇ ਵਲ ਛਲ ਨਹੀਂ ਕਰੀਦੇ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਵਲ ਛਲ ਕਰਨ ਵਾਲਾ ਕਦੇ ਵੀ ਪ੍ਰਵਾਨ ਨਹੀਂ ਹੁੰਦਾ। ਅਤੇ ਮਹਾਰਾਜ ਦੀ ਹਜ਼ੂਰੀ ਵਿੱਚ ਫਿਰ ਸ਼ਬਦ ਦਾ ਚੌਥਾ ਬੰਦ ਉਚਾਰਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਕੋ ਲੀਜਿਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਗੁਰੂ ਰਾਮਦਾਸ ਮਹਾਰਾਜ ਜੀ ਪ੍ਰਸੰਨ ਹੋਏ। ਆਪ ਨੇ ਮਿਹਰਮਤ ਕੀਤੀ ਅਤੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਖਸ਼ ਦਿੱਤੀ। ਜਿਵੇਂ ਪਹਿਲੇ ਗੁਰੂ ਸਾਹਿਬਾਨ ਵੇਲੇ ਬਾਬਾ ਬੁੱਢਾ ਸਾਹਿਬ ਜੀ ਗੁਰਿਆਈ ਦਾ ਤਿਲਕ ਲਾਉਂਦੇ ਰਹੇ, ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਲਾਇਆ। ਗੁਰੂ ਰਾਮਦਾਸ ਮਹਾਰਾਜ ਨੇ ਗੁਰਿਆਈ ਦੇ ਦਿੱਤੀ ਧੰਨ ਗੁਰੂ ਅਰਜਨ ਦੇਵ ਜੀ ਨੂੰ। ਪ੍ਰਿਥੀ ਚੰਦ ਨੇ ਬਹੁਤ ਝਗੜਾ ਕੀਤਾ, ਸੜਬਲ ਗਿਆ, ਸੰਗਤਾਂ ਨੂੰ ਕਈਆਂ ਨੂੰ ਆਪਣੇ ਪੱਖ ਦਾ ਕਰ ਲਿਆ। ਮੈਂ ਵੱਡਾ ਜੀ, ਮੇਰਾ ਹੱਕ ਬਣਦਾ ਸੀ ਗੁਰਤਾ ਗੱਦੀ 'ਤੇ, ਇਹਨਾਂ ਨੇ ਛੋਟੇ ਨੂੰ ਕਿਵੇਂ ਗੁਰਤਾ ਗੱਦੀ ਦੇ ਦਿੱਤੀ। ਬਹੁਤ ਫਸਾਦ ਕੀਤਾ, ਲੜਾਈ ਝਗੜਾ ਕੀਤਾ। ਗੁਰਿਆਈ ਦੇਣ ਤੋਂ ਉਪਰੰਤ 2 ਦਿਨ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਟਿਕੇ ਰਹੇ। ਤੀਜੇ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਕੇ, ਕੁਝ ਸੰਗਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਏ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ 1 ਦਿਨ ਸਤਿਗੁਰੂ ਰਾਮਦਾਸ ਮਹਾਰਾਜ ਰਹੇ। ਬੌਲੀ ਦੇ ਵਿੱਚ ਇਸ਼ਨਾਨ ਕੀਤਾ। ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ 5 ਭੌਤਿਕ ਸਰੀਰ ਤਿਆਗ ਦਿੱਤਾ। ਸਤਿਗੁਰੂ ਜੋਤੀ ਜੋਤ ਸਮਾ ਗਏ। ਸਿੱਖ ਸੰਗਤਾਂ ਨੂੰ ਪਤਾ ਲੱਗਣਾ ਸੀ, ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਕੱਤਰ ਹੋਈਆਂ। ਗੋਇੰਦਵਾਲ ਸਾਹਿਬ ਬਿਆਸ ਦੇ ਕਿਨਾਰੇ 'ਤੇ ਸਤਿਗੁਰੂ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਥੇ 1 ਦਿਨ ਰਹਿ ਕੇ ਜੋਤੀ ਜੋਤ ਸਮਾ ਗਏ ਤਾਂ ਪ੍ਰਿਥੀ ਚੰਦ ਨੇ ਉਦੋਂ ਸੰਗਤਾਂ ਦੇ ਵਿੱਚ ਗਲਤ ਪ੍ਰਚਾਰ ਸ਼ੁਰੂ ਕਰ ਦਿੱਤਾ ਵੀ ਵੇਖੋ, ਅਰਜਨ ਦੇਵ ਤੋਂ ਇੰਨਾ ਵੀ ਜਰ ਨਹੀਂ ਹੋਇਆ, ਗੁਰਿਆਈ ਵੀ ਦੇ ਦਿੱਤੀ ਗੁਰੂ ਰਾਮਦਾਸ ਨੇ। ਔਰ ਇਹ ਸ਼ਬਦ ਪ੍ਰਿਥੀ ਚੰਦ ਨੇ ਕਹੇ ਸੀ ਵੀ ਇਹਨਾਂ ਨੇ ਤਾਂ ਆਪ ਜ਼ਹਿਰ ਦੇ ਕੇ ਗੁਰੂ ਰਾਮਦਾਸ ਜੀ ਨੂੰ ਖਤਮ ਕੀਤਾ ਹੈ। ਤੋ ਸਿੱਖ ਸੰਗਤਾਂ ਨੇ, ਬਾਬਾ ਬੁੱਢਾ ਜੀ ਤੇ ਆਦਿ ਗੁਰਸਿੱਖਾਂ ਨੇ ਸਮਝਾਇਆ, ਉਹ ਪ੍ਰਿਥੀ ਚੰਦ ਤੇਰੀ ਮੱਤ ਕਿਉਂ ਮਾਰੀ ਗਈ, ਤੂੰ ਕਿਹੋ ਜਿਹੇ ਸ਼ਬਦ ਬੋਲਦਾ ਹੈ, ਇਹ ਸ਼ਬਦ ਤੇਰੀ ਰਸਨਾ ਤੋਂ ਬੋਲੇ ਹੋਏ ਸ਼ੋਭਾ ਨਹੀਂ ਦਿੰਦੇ। ਔਰ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਦਸਤਾਰਬੰਦੀ ਹੋਈ, ਬਾਬਾ ਬੁੱਢਾ ਸਾਹਿਬ ਜੀ 2 ਦਸਤਾਰਾਂ ਲੈ ਕੇ ਆਏ। ਇੱਕ ਗੁਰਿਆਈ ਵੀ ਗੁਰੂ ਅਰਜਨ ਦੇਵ ਜੀ ਨੂੰ, ਔਰ ਜੋ ਜ਼ਿੰਮੇਵਾਰੀ ਦੀ ਸੀ ਜਿਵੇਂ ਸੰਸਾਰੀ ਰੀਤੀ ਹੈ ਉਹ ਪ੍ਰਿਥੀ ਚੰਦ ਨੂੰ ਬੰਨ੍ਹਣੀ ਸੀ। ਪਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਦਸਤਾਰ ਦੇਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਪ੍ਰਿਥੀ ਚੰਦ ਉੱਠ ਕੇ ਖੜ੍ਹਾ ਹੋ ਗਿਆ। ਉੱਥੇ ਵੀ ਲੜਾਈ ਕੀਤੀ, ਹੱਥੋਂ ਦਸਤਾਰ ਫੜ ਲਈ, ਖੋਹ ਲਈ। ਤਾਂ ਬਾਬਾ ਬੁੱਢਾ ਸਾਹਿਬ ਨੇ ਕਿਹਾ, ਪ੍ਰਿਥੀ ਚੰਦ ਇਹ ਗੁਰਤਾ ਗੱਦੀ ਇਹਨਾਂ ਦਸਤਾਰਾਂ ਦੀ ਮੁਥਾਜ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਸ ਦਿਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕਰ ਦਿੱਤੀ ਸੀ, ਗੁਰੂ ਜੋਤ ਤਾਂ ਉਸ ਦਿਨ ਹੀ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਪ੍ਰਵੇਸ਼ ਕਰ ਗਈ ਸੀ। ਤੈਨੂੰ ਇਹ ਝਗੜਾ, ਇਹ ਲੜਾਈ ਸ਼ੋਭਦੀ ਨਹੀਂ। ਇੱਥੋਂ ਤੱਕ ਵੀ ਪ੍ਰਿਥੀ ਚੰਦ ਨੇ ਜਿੰਨਾ ਚਿਰ ਰਿਹਾ ਆਪਣੇ ਮਰਨ ਵੇਲੇ ਤੱਕ ਸਾਰੀ ਉਮਰ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵੈਰ ਕਮਾਉਂਦਾ ਰਿਹਾ। ਕਦੇ ਲਾਹੌਰ, ਕਦੇ ਦਿੱਲੀ ਜਾ ਕਰਕੇ ਫਰਿਆਦਾਂ ਕਰਦਾ ਰਿਹਾ ਵੀ ਮੈਨੂੰ ਗੁਰਤਾ ਗੱਦੀ ਦਵਾ ਦੇਵੋ, ਮੇਰਾ ਹੱਕ ਬਣਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚ ਜਿੱਥੇ ਬੇਅੰਤ ਕਾਰਨ ਨੇ, ਉੱਥੇ ਇੱਕ ਕਾਰਨ ਇਹ ਵੀ ਸੀ ਪ੍ਰਿਥੀ ਚੰਦ ਦੀ ਵਿਰੋਧਤਾ। ਸੋ ਭੱਟ ਹਰਬੰਸ ਨੇ ਇਹ ਸ਼ਬਦ ਤਾਂ ਕਹੇ ਹੈ, ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਵੇਲੇ ਇਹ ਪ੍ਰਿਥੀ ਚੰਦ ਨੇ ਕਿਹਾ ਸੀ ਇਹਨਾਂ ਨੇ ਜ਼ਹਿਰ ਦੇ ਕੇ ਗੁਰੂ ਰਾਮਦਾਸ ਜੀ ਨੂੰ ਖਤਮ ਕਰ ਦਿੱਤਾ। ਸੋ ਤਾਂ ਭੱਟ ਹਰਬੰਸ ਜੀ ਇੱਥੇ ਅੰਮ੍ਰਿਤ ਬਚਨ ਕਰਦੇ ਹੈ, ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਭੱਟ ਹਰਬੰਸ ਜੀ ਕਹਿੰਦੇ ਮਹਾਰਾਜ ਜੀ ਦਾ ਜਸ ਤਾਂ ਸਾਰੇ ਸੰਸਾਰ ਵਿੱਚ ਪ੍ਰਵਿਰਤ ਹੋ ਰਿਹਾ, ਫੈਲ ਰਿਹਾ ਹੈ। ਸੋ ਕਿਹੜਾ ਹੈ ਇਹੋ ਜਿਹਾ ਜਿਹੜਾ ਇਹ ਗੱਲ ਕਹਿੰਦਾ ਵੀ ਸ਼੍ਰੀ ਗੁਰੂ ਜੀ ਮੋਇਓ ਮਰ ਗਏ। ਗੁਰੂ ਸਾਹਿਬ ਤਾਂ ਸਦਾ ਹੀ ਹਨ,
ਸਦਾ ਹੀ ਹਾਜ਼ਰ ਨਾਜ਼ਰ ਹਨ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਦੇਵਪੁਰੀ ਮਹਿ ਗਇਓ। ਸਤਿਗੁਰੂ ਪਾਤਸ਼ਾਹ ਜੀ ਤਾਂ ਦੇਵਪੁਰੀ, ਦੇਵ ਜੋ ਪ੍ਰਕਾਸ਼ ਰੂਪ ਹਰੀ ਵਾਹਿਗੁਰੂ, ਉਸ ਦੀ ਪੁਰੀ ਜੋ ਸੱਚਖੰਡ ਹੈ। ਗੁਰੂ ਰਾਮਦਾਸ ਮਹਾਰਾਜ ਸੱਚਖੰਡ ਵਿੱਚ ਗਏ ਹੈ। ਆਪ ਪਰਮੇਸ਼ਰ ਨੂੰ ਇਹ ਜਦੋਂ ਪਾਇਆ ਤਾਂ ਹੀ ਸਤਿਗੁਰੂ ਜੀ ਜੋਤੀ ਜੋਤ ਸਮਾਏ ਹੈ। ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ। ਜਦੋਂ ਮਹਾਰਾਜ ਗੁਰੂ ਰਾਮਦਾਸ ਜੀ ਸੱਚਖੰਡ ਵਿੱਚ ਗਏ ਹੈ, ਹਰ ਸਿੰਘਾਸਣ ਦਿਓ। ਹਰੀ ਪਰਮਾਤਮਾ ਨੇ ਆਪ ਸਿੰਘਾਸਣ ਦਿੱਤਾ ਬੈਠਣ ਵਾਸਤੇ ਆਪਣਾ। ਸ੍ਰੀ ਗੁਰ ਤਹਿ ਬੈਠਾਇਓ। ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਉਸ ਸਿੰਘਾਸਣ ਦੇ ਉੱਤੇ ਹਰੀ ਨੇ ਬੈਠਾਇਆ। ਰਹਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਾ ਹੈ। ਰਹਿਸ ਕੀਓ ਸੁਰਦੇਵ। ਸੁਰ ਦੇਵਤਿਆਂ ਦਾ ਵੀ ਦੇਵ ਪ੍ਰਕਾਸ਼ ਰੂਪ ਪਰਮਾਤਮਾ, ਉਸ ਨੇ ਬਹੁਤ ਰਹਿਸ ਆਨੰਦ ਕੀਤਾ, ਮੰਗਲਾਚਾਰ ਖੁਸ਼ੀਆਂ ਕੀਤੀਆਂ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਗਏ, ਸੱਚਖੰਡ ਵਿੱਚ ਪਹੁੰਚੇ। ਔਰ ਇਸ ਤਰ੍ਹਾਂ ਕਿਹਾ, ਤੋਹੇ ਜਸ ਜੈ ਜੈ ਜੰਪਹਿ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਸ ਸਾਰੇ ਹੀ ਕਰਦੇ ਹੈ, ਜੈ ਜੈਕਾਰ ਕਰਕੇ ਆਪ ਜੀ ਨੂੰ ਜਪਦੇ ਹਨ। ਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ। ਅਸੁਰ ਗਏ ਤੇ ਭਾਗ, ਇੱਥੇ ਵਿਸ਼ਰਾਮ ਦੇਣਾ। ਪਾਪ ਤਿਨ ਭੀਤਰ ਕੰਪ ਹੈ। ਤੋ ਜਿਹੜੇ ਅਸੁਰ ਨੇ, ਅਸੁਰ ਦਾ ਅਖਰੀ ਅਰਥ ਹੁੰਦਾ ਦੈਂਤ। ਆਸੁਰੀ ਸੰਪਦਾ ਸਾਰੀ ਹੀ ਉੱਥੋਂ ਭੱਜ ਗਈ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਪਾਪ ਕੰਬਦੇ ਹੈ। ਪਾਪੀ ਦੇ ਅੰਦਰ ਪਾਪ ਕੰਬਦੇ ਹੈ। ਪਾਪੀ ਕੇ ਮਾਰਵੇ ਕੋ ਪਾਪ ਮਹਾਬਲੀ ਹੈ। ਬੰਦਾ ਡਰਦਾ ਨਹੀਂ, ਉਸ ਦੇ ਪਾਪ ਹੀ ਉਸ ਨੂੰ ਡਰਾਉਂਦੇ ਹੈ। ਸੋ ਅਸੁਰ ਜਿਹੜੇ ਦੈਂਤ ਉਹ ਸਾਰੇ ਭੱਜ ਗਏ, ਉਹਨਾਂ ਦੇ ਵਿੱਚ ਉਹਨਾਂ ਦੇ ਕੀਤੇ ਪਾਪ ਕੰਬਦੇ ਸਨ। ਕਾਟੇ ਸੋ ਪਾਪ ਤਿਨ ਰੋ ਕੇ ਗੁਰੂ ਰਾਮਦਾਸ ਜਿਨ ਪਾਇਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜਿਨ੍ਹਾਂ ਨੇ ਪਾਇਆ, ਅਥਵਾ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਪਾਏ, ਉਹਨਾਂ ਪੁਰਸ਼ਾਂ ਦੇ ਸਾਰੇ ਹੀ ਪਾਪ ਕੱਟੇ ਗਏ। ਸਤਰ ਸਿੰਘਾਸਨ ਪ੍ਰਿਥਮੀ ਗੁਰ ਅਰਜਨ ਕੋ ਦੇ ਆਇਓ। ਛਤਰ ਸਿੰਘਾਸਨ ਪ੍ਰਿਥਮੀ ਗੁਰ ਅਰਜੁਨ ਕਉ ਦੇ ਆਇਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਛਤਰ ਸਿੰਘਾਸਨ, ਗੁਰਤਾ ਗੱਦੀ ਦਾ ਸਿੰਘਾਸਨ ਇਸ ਪ੍ਰਿਥਵੀ ਮੰਡਲ 'ਤੇ ਜੋ ਗੁਰੂ ਨਾਨਕ ਸਾਹਿਬ ਤੋਂ ਚੱਲ ਰਿਹਾ ਹੈ। ਸੋ ਇਸ ਪ੍ਰਿਥਵੀ ਦਾ ਸਮੁੱਚੀ ਦਾ ਸਿੰਘਾਸਨ ਔਰ ਛਤਰ ਅਥਵਾ ਜਸ ਰੂਪੀ ਛਤਰ ਗੁਰੂ ਰਾਮਦਾਸ ਜੀ ਗੁਰ ਅਰਜਨ ਕਉ ਦੇ ਆਇਓ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਦੇ ਕੇ ਆਏ। ਗੁਰੂ ਅਰਜੁਨ ਦੇਵ ਜੀ ਨੇ ਗੁਰਤਾ ਗੱਦੀ 'ਤੇ ਸੁਭਾਏਮਾਨ ਹੋ ਕੇ ਬਾਣੀ ਉਚਾਰ ਕੇ ਸਮੁੱਚੀ ਲੋਕਾਈ ਨੂੰ ਉਪਦੇਸ਼ ਦੇ ਕੇ ਸਤਿਗੁਰੂ ਨੇ ਸੰਸਾਰ ਤੋਂ ਤਾਰਿਆ। ਸੋ ਇਹ 2 ਸਵਈਏ ਭੱਟ ਹਰਬੰਸ ਦੇ ਉਚਾਰਨ ਕੀਤੇ ਹੈ। ਅੱਗੇ 21 ਅੰਕ ਹੈ, ਕੁੱਲ 21 ਸਵਈਏ ਹਨ। ਧੰਨ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ। ਸੋ ਇੱਥੇ ਇਹ ਭੱਟਾਂ ਦੇ ਸਵਈਆਂ ਦੀ ਵਿਚਾਰ ਸੰਪੂਰਨ ਹੋਈ ਹੈ। ਜਦੋਂ ਇੱਥੇ ਵਿਚਾਰ ਸੰਪੂਰਨ ਹੁੰਦੀ ਹੈ, ਇੱਥੇ ਸਾਧ ਸੰਗਤ ਅੰਕ ਦਿੱਤੇ ਹੋਏ ਨੇ। ਇਹ ਸਾਰੇ ਗਿਣਤੀ ਦੇ ਅੰਕ ਨੇ, ਕਿਸ ਗੁਰੂ ਦੀ ਸਿਫਤ ਵਿੱਚ ਕਿੰਨੇ ਸਵਈਏ ਉਚਾਰਨ ਕੀਤੇ ਹੋਏ ਹੈ। ਇੱਥੇ ਜੋ ਪਾਵਨ ਸਵਰੂਪ ਦੇ ਵਿੱਚ ਅੰਕ ਦਿੱਤੇ ਹੋਏ ਹੈ। ਸੋ ਜਿਹੜੇ ਗੁਰਮੁਖ ਸਹਿਜ ਪਾਠ ਕਰਦੇ ਆ ਜਾਂ ਬਾਣੀ ਪੜ੍ਹਦੇ ਹੈ ਜਾਂ ਪਾਠੀ ਸਿੰਘ ਨੇ, ਗ੍ਰੰਥੀ ਸਿੰਘ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਇਹ ਅੰਕ ਇਹਨੇ ਕਿਉਂ ਪਾਏ ਨੇ। 2 ਡੰਡੀਆਂ 2 ਅੰਕ ਹੈ, ਫਿਰ ਉਸ ਤੋਂ ਅੱਗੇ 21, ਫਿਰ 9, ਫਿਰ 11, ਫਿਰ 10, ਫਿਰ 10, ਫਿਰ 22, ਫਿਰ 60 ਅੰਕ ਪਾਏ ਹੈ। ਉਸ ਤੋਂ ਅਖੀਰ 'ਤੇ 143 ਅੰਕ ਨੇ। ਆਪਾਂ ਇੱਧਰੋਂ ਸ਼ੁਰੂ ਕਰਦੇ ਹਾਂ। 2 ਅੰਕ ਇਹ ਭੱਟ ਹਰਬੰਸ ਦੇ 2 ਸਵਈਏ ਨੇ। ਫਿਰ ਉਸ ਤੋਂ ਅੱਗੇ 21 ਨੇ। ਗੁਰੂ ਅਰਜਨ ਦੇਵ ਜੀ ਦੀ ਸਿਫਤ ਦੇ ਇੱਥੇ 21 ਸਵਈਏ ਪੂਰੇ ਹੋਏ ਨੇ। ਉਸ ਤੋਂ ਅੱਗੇ 9 ਅੰਕ ਨੇ। ਜੋ ਪਿੱਛੇ ਆਪਾਂ ਸਵਈਏ ਸ਼ੁਰੂ ਤੋਂ ਆਰੰਭ ਤੋਂ ਜਦੋਂ ਸਰਵਣ ਕੀਤੇ ਸੀ, ਗੁਰੂ ਅਰਜਨ ਦੇਵ ਜੀ ਨੇ ਸਵਈਏ ਸ੍ਰੀ ਮੁਖ ਬਾਕ ਮਹੱਲਾ 5ਵਾਂ, ਗੁਰੂ ਪਰਮੇਸ਼ਰ ਦੀ ਅਭੇਦਤਾ ਜਣਾਈ ਮਹਾਰਾਜ ਨੇ, ਉੱਥੇ 9 ਸਵਈਏ ਉਚਾਰੇ ਤਾਂ ਇੱਥੇ 9 ਅੰਕ ਹੈ। ਉਸ ਤੋਂ ਅੱਗੇ ਫਿਰ ਭੱਟਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਦਿੱਤਾ। ਸਵਈਏ ਸ੍ਰੀ ਮੁਖ ਬਾਕ ਮਹੱਲਾ 5ਵਾਂ ਫਿਰ ਸਿਰਲੇਖ ਆਉਂਦਾ ਹੈ।
ਉਹ 11 ਸਵਈਏ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰੇ, ਤਾਂ ਇੱਥੇ 11 ਅੰਕ ਹੈ। ਫਿਰ ਜੋ ਭੱਟ ਸਵਈਏ ਉਚਾਰਦੇ ਹੈ, ਪਹਿਲੇ ਪਾਤਸ਼ਾਹ ਜੀ ਦੀ ਸਿਫਤ ਵਿੱਚ 10 ਸਵਈਏ ਨੇ, ਸਵਈਏ ਮਹੱਲੇ ਪਹਿਲੇ ਕੇ, ਇੱਥੇ 10 ਅੰਕ ਤਾਂ ਦਿੱਤਾ ਹੈ। ਅੱਗੇ ਫਿਰ ਦੁਬਾਰਾ 10 ਅੰਕ ਦਿੱਤਾ ਹੈ। ਸਵਈਏ ਮਹੱਲੇ ਦੂਜੇ ਕੇ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਸਿਫਤ ਵਿੱਚ ਭੱਟਾਂ ਨੇ 10 ਸਵਈਏ ਲਿਖੇ ਹੈ, ਤਾਂ ਉਹਨਾਂ ਦੀ ਗਿਣਤੀ ਇੱਥੇ 10 ਦਿੱਤੀ ਹੈ। 10 ਤੋਂ ਅੱਗੇ ਫਿਰ 22 ਅੰਕ ਦੀ ਗਿਣਤੀ ਦਿੱਤੀ ਹੈ, 22 ਪਾਏ ਨੇ ਗੁਰਮੁਖੀ ਦੇ। ਸਵਈਏ ਮਹੱਲੇ ਤੀਜੇ ਕੇ, ਗੁਰੂ ਅਮਰਦਾਸ ਜੀ ਦੀ ਸਿਫਤ ਵਿੱਚ ਭੱਟਾਂ ਨੇ 22 ਸਵਈਏ ਲਿਖੇ ਹੈ, ਉਹ 22 ਅੰਕ ਇੱਥੇ ਦਿੱਤਾ ਹੋਇਆ ਹੈ। 22 ਅੰਕ ਤੋਂ ਅੱਗੇ 60 ਅੰਕ ਦਿੱਤਾ ਹੋਇਆ ਹੈ। ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਸਵਈਏ ਮਹੱਲੇ ਚੌਥੇ ਕੇ ਭੱਟਾਂ ਨੇ 60 ਸਵਈਏ ਉਚਾਰੇ, ਇੱਥੇ 60 ਅੰਕ ਦਿੱਤਾ ਹੋਇਆ ਹੈ। ਅਤੇ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਿੱਚ ਜਿਹੜੇ 21 ਨੇ, ਉਹ ਆਪਾਂ ਪਿੱਛੇ ਉਹ ਸ਼ੁਰੂ ਵਿੱਚ ਹੀ ਦਿੱਤਾ ਹੋਇਆ ਅੰਕ, ਕਿਉਂਕਿ ਇੱਥੇ ਗੁਰੂ ਅਰਜਨ ਦੇਵ ਜੀ ਦੀ ਸਿਫਤ ਦੇ ਸਵਈਆਂ ਦੀ ਸੰਪੂਰਨਤਾ ਹੁੰਦੀ ਹੈ। ਅਤੇ ਉਸ ਤੋਂ ਅੱਗੇ 143 ਅੰਕ ਦਿੱਤਾ ਹੋਇਆ। ਇਹਨਾਂ ਸਾਰਿਆਂ ਦਾ ਜੋੜ ਜਿਹੜਾ ਨਾ, ਉਹ 143 ਬਣਦਾ ਹੈ। ਭਾਵੇਂ ਤੁਸੀਂ ਜੋੜ ਕੇ ਵੇਖ ਲਓ ਉਂਗਲਾਂ 'ਤੇ, ਗੁਰੂ ਅਰਜਨ ਦੇਵ ਜੀ ਦੀ ਸਿਫਤ ਦੇ 21 ਸਵਈਏ ਨੇ, ਔਰ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੁਰੂ ਵਿੱਚ ਜਿਹੜੇ ਸਵਈਏ ਲਿਖੇ 9 ਨੇ, 21 ਤੇ 9 30, ਫਿਰ 11 41 ਅਤੇ 10 51 ਅਤੇ 10 61, 61 ਤੋਂ ਅੱਗੇ ਫਿਰ 22 ਸਵਈਏ ਹੋ ਵਿੱਚ ਜੋੜ ਲਓ, 71 81 83 ਹੋ ਗਏ। 83 ਅਤੇ 60 ਸਵਈਏ ਵਿੱਚ ਹੋਰ ਜੋੜ ਦਿਓ, 83 ਅਤੇ 60 ਜਿਹੜੇ ਨੇ ਉਹ 143 ਬਣਦੇ ਆ। ਸੋ ਇਹ ਕੁੱਲ ਸਵਈਆਂ ਦੀ ਗਿਣਤੀ। ਇਹ ਜਿਹੜੇ ਬਾਣੀ ਵਿੱਚ ਅੰਕ ਪਾਏ ਹੁੰਦੇ ਆ ਨਾ, ਇਹਨਾਂ ਦਾ ਕੋਈ ਭਾਵ ਹੁੰਦਾ, ਕਿੰਨੇ ਸ਼ਬਦ ਪੂਰੇ ਹੋਏ ਹੈ, ਕਿਹੜੇ ਗੁਰੂ, ਕਿਹੜੇ ਭਗਤ, ਕਿਹੜੇ ਭੱਟ ਸਾਹਿਬਾਨ ਦੇ ਕਿੰਨੇ ਸ਼ਬਦਾਂ ਦੀ ਸੰਪੂਰਨਤਾ ਹੋਈ ਹੈ। ਇਹਦੇ ਨਾਲ ਕੋਈ ਵੀ ਸ਼ਬਦਾਂ ਦੇ ਵਿੱਚ ਵਾਧ ਘਾਟ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਅੰਕਾਂ ਦੀ ਗਿਣਤੀ ਜਿਹੜੀ ਹੈ, ਇਹ ਸਤਿਗੁਰੂ ਪਾਤਸ਼ਾਹ ਨੇ ਆਪ ਭਾਈ ਗੁਰਦਾਸ ਤੋਂ ਲਿਖਵਾਈ ਸੀ। ਸੋ ਇੱਥੇ ਸਵਈਆਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਮਿਹਰਾਮਤ ਕਰਨ, ਭੁੱਲਾਂ ਦੀ ਮੁਆਫੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲਿਖੈ ਕਤਹਿ ਨ ਛੂਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਾਟੇ ਸੋ ਪਾਪ ਤਿਨ ਨਰੋ ਕੇ, ਗੁਰੂ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪ੍ਰਥਮੇ, ਗੁਰ ਅਰਜਨ ਕੋ ਦੇ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।